ਬੱਚਿਓ ਅੱਜ ਦੇ ਇਸ ਬੀਏ 4 ਸਮੈਸਟਰ ਦੀ ਵਰਚੁਅਲ ਕਲਾਸ ਦੇ ਵਿੱਚ ਜਿਹੜਾ ਹੈ ਤੁਹਾਡਾ ਸਵਾਗਤ ਹੈ। ਅੱਜ ਅਸੀਂ ਛੋਟੇ ਕੁਐਸਚਨਸ ਜਿਹੜੇ ਹੈ ਡਿਸਕਸ ਕਰਾਂਗੇ। ਜਿਹੜੇ ਚੈਪਟਰਸ ਦੇ ਸਾਡੇ ਰਹਿ ਗਏ ਸੀ ਉਸ ਦਿਨ ਅਸੀਂ ਲਾਸਟ ਲੈਕਚਰ ਦੇ ਵਿੱਚ ਲੌਂਗ ਜਿਹੜੇ ਕੁਐਸਚਨਸ ਹੈਗੇ ਆ ਉਹ ਆਪਾਂ ਡਿਸਕਸ ਜਿਹੜੇ ਹੈ ਕੀਤੇ ਸੀਗੇ। ਲੌਂਗ ਕੁਐਸਚਨ ਅਸੀਂ ਡਿਸਕਸ ਕੀਤੇ ਸੀ ਤੇ ਅੱਜ ਅਸੀਂ ਜਿਹੜਾ ਹੈਗਾ ਹੈ ਵੱਡੇ ਛੋਟੇ ਕੁਐਸਚਨ ਜਿਹੜੇ ਹੈ ਡਿਸਕਸ ਕਰਾਂਗੇ। ਠੀਕ ਹੈ ਜੀ ਬੱਚਿਓ, ਅਸੀਂ ਜਿਹੜਾ ਹੈਗਾ ਹੈ ਪ੍ਰੈਸ਼ਰ ਗਰੁੱਪਸ ਵਾਲੇ ਚੈਪਟਰ ਤੱਕ ਜਿਹੜਾ ਹੈ ਅਸੀਂ ਕੁਐਸਚਨ ਜਿਹੜੇ ਡਿਸਕਸ ਕੀਤੇ ਸੀ। ਹੁਣ ਜਿਹੜਾ ਪਹਿਲਾ ਕੁਐਸਚਨ ਹੈ ਅਸੀਂ ਜਿਹੜਾ ਡਿਸਕਸ ਕਰ ਰਹੇ ਹਾਂ ਉਹ ਹੈਗਾ ਕਿ ਇਲੈਕਸ਼ਨ ਕਮਿਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਚੋਣ ਆਯੋਗ ਦੀ ਗੱਲ ਕਰਦੇ ਹਾਂ, ਤਾਂ ਚੋਣ ਆਯੋਗ ਦੀ ਸਥਾਪਨਾ ਮਤਲਬ ਚੋਣ ਆਯੋਗ ਜਿਹੜੀ ਹੈ ਇੱਕ ਸੰਵਿਧਾਨਿਕ ਜਿਹੜੀ ਹੈ ਸੰਸਥਾ ਹੈਗੀ ਹੈ। ਇਹਦਾ ਜਿਹੜਾ ਸੰਵਿਧਾਨਿਕ ਵਿਵਸਥਾ ਜੋ ਸੰਵਿਧਾਨ ਵਿੱਚ ਕੀਤੀ ਗਈ ਹੈ ਇਸਦੀ 324 ਆਰਟੀਕਲ ਜਿਹੜਾ ਹੈਗਾ ਉਹਦੇ ਅੰਦਰ 324 ਦੇ ਅੰਦਰ ਇਹ ਵਿਵਸਥਾ ਚੋਣ ਆਯੋਗ ਦੀ ਕੀਤੀ ਗਈ ਹੈ। ਕੀ ਲਿਖਿਆ ਗਿਆ 324 ਦੇ ਦੇयर ਸ਼ੈਲ ਬੀ ਚੀਫ ਇਲੈਕਸ਼ਨ ਕਮਿਸ਼ਨਰ of the election commission and if needed arises that there will be more election commissioners whose number will be fixed from time to time by the president। ਹੁਣ ਚੋਣ ਆਯੋਗ ਦੀ ਜਿਹੜੀ ਵਿਵਸਥਾ ਹੈਗੀ ਹੈ ਉਹਦੇ ਵਿੱਚ ਜਿਹੜੀ ਧਾਰਾ 324 ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੋਏਗਾ। ਅਗਰ ਲੋੜ ਪਈ ਤਾਂ ਹੋਰ ਦੋ ਜਿਹੜੇ ਹੈ ਇਲੈਕਸ਼ਨ ਕਮਿਸ਼ਨਰ ਜਿਹੜੇ ਹੈ ਉਹਨਾਂ ਨੂੰ ਜਿਹੜਾ ਹੈ ਅਪੁਆਇੰਟ ਜਿਹੜਾ ਹੈ ਕੀਤਾ ਜਾ ਸਕਦਾ। ਠੀਕ ਹੈ ਜੀ, ਉਹਨਾਂ ਨੂੰ ਜਿਹੜਾ ਹੈਗਾ ਅਪੁਆਇੰਟ ਜਿਹੜਾ ਹੈਗਾ ਕੀਤਾ ਜਾ ਸਕਦਾ। ਹੁਣ ਮੈਂ ਤੁਹਾਡੇ ਨਾਲ ਇੱਕ ਜਿਹੜਾ ਹੈ ਡਾਕੂਮੈਂਟ ਵੀ ਜਿਹੜਾ ਸ਼ੇਅਰ ਕਰਨ ਲੱਗਾ ਹੈ। ਠੀਕ ਹੈ ਜੀ, ਸੋ ਜੇ ਅਸੀਂ ਗੱਲ ਕਰੀਏ ਤੇ ਭਾਰਤ ਦੇ ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਸੀਗਾ ਤੇ ਭਾਰਤ ਦੇ ਵਿੱਚ ਚੋਣ ਕਮਿਸ਼ਨ ਦਾ ਜਦੋਂ ਗਠਨ ਕੀਤਾ ਗਿਆ 1952 ਦੇ ਵਿੱਚ ਪਹਿਲਾ ਭਾਰਤ ਦੇ ਵਿੱਚ ਚੋਣਾਂ ਹੋਈਆਂ ਸੀ ਲੋਕ ਸਭਾ ਦੀਆਂ ਤੇ ਉਸ ਵੇਲੇ ਚੋਣ ਆਯੋਗ ਦੇ ਵਿੱਚ ਸਿਰਫ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਸੀ। ਜਿੱਦਾਂ ਜਿੱਦਾਂ ਚੋਣ ਆਯੋਗ ਦਾ ਕੰਮ ਵੱਧਦਾ ਗਿਆ ਉਸ ਤਰ੍ਹਾਂ ਲੋੜ ਅਤੇ ਸਥਿਤੀਆਂ ਮੁਤਾਬਿਕ ਜਿਹੜਾ ਸੀਗਾ ਇਹਦੇ ਵਿੱਚ 1993 ਦੇ ਵਿੱਚ ਜਿਹੜਾ ਸੀਗਾ ਚੇਂਜ ਜਿਹੜਾ ਕੀਤਾ। ਸੋ ਇਹਦੇ ਵਿੱਚ ਡਿਸਕ੍ਰਾਈਬ ਦੀ 4 ਫੰਕਸ਼ਨਸ ਆਫ ਇਲੈਕਸ਼ਨ ਕਮਿਸ਼ਨ। ਹੁਣ ਇਲੈਕਸ਼ਨ ਕਮਿਸ਼ਨ ਚਾਰ ਕਿਹੜੇ ਪ੍ਰਮੁੱਖ ਕਾਰਜ ਕਰਦਾ ਹੈ। ਇਹਦੇ ਵਿੱਚ ਜਿਹੜਾ ਪਹਿਲਾ ਕਾਰਜ ਇਲੈਕਸ਼ਨ ਕਮਿਸ਼ਨ ਕਰਦਾ ਹੈ ਸੁਪਰੀਟੈਂਡੈਂਟ ਡਾਇਰੈਕਸ਼ਨ ਐਂਡ ਕੰਟਰੋਲ ਰਿਗਾਰਡਿੰਗ ਇਲੈਕਸ਼ਨ ਮੈਟਰ। ਪਹਿਲੀ ਗੱਲ ਜਿਹੜੇ ਜਿੰਨੇ ਵੀ ਇਲੈਕਸ਼ਨ ਹੁੰਦੇ ਭਾਰਤ ਦੇ ਵਿੱਚ ਉਹ ਚੋਣ ਆਯੋਗ ਕਰਾਉਂਦਾ ਹੈ, ਉਹਦੀ ਸੁਪਰੀਟੈਂਡੈਂਟ ਕਰਦਾ, ਉਹਦੀ ਦੇਖ ਰੇਖ ਕਰਦਾ, ਉਹਨੂੰ ਡਾਇਰੈਕਸ਼ਨ ਦਿੰਦਾ ਔਰ ਕੰਟਰੋਲ ਪਹਿਲਾ ਕਾਰਜ ਇਹ ਕਰਦਾ। The Election Commission prepares the voter list of every constituency of the Parliament and State Legislative Assembly। State ਜਿਹੜੀਆਂ legislative assemblies ਹੁੰਦੀਆਂ ਜਾਂ ਜਿਹੜੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਉਹਦੇ ਵਿੱਚ ਜਿਹੜੇ ਨਵੇਂ ਵੋਟਰਸ ਐਡ ਹੁੰਦੇ ਉਹ ਵੋਟਰ ਲਿਸਟਾਂ ਜਿਹੜੀਆਂ ਉਹ ਸਮੇਂ ਉੱਤੇ ਜਿਹੜਾ ਉਹਨਾਂ ਨੂੰ ਜਿਹੜਾ ਕੀ ਕਹਿੰਦੇ ਕੀਤਾ ਜਾਂਦਾ ਉਹਨਾਂ ਨੂੰ ਸਮੇਂ ਉੱਤੇ ਕਿਆ ਉਹਨਾਂ ਨੂੰ ਜਿਹੜਾ ਅਮੈਂਡ ਕੀਤਾ ਜਾਂਦਾ। The election commission makes arrangements for general election and by-election to legislative assembly, legislative council in different states। ਜਿਹੜੇ ਵਿਧਾਨ ਸਭਾਵਾਂ ਤੇ ਵਿਧਾਨ ਪਰਿਸ਼ਦ ਦੇ ਇਲੈਕਸ਼ਨ ਹੁੰਦੇ ਆ ਰਾਜਾਂ ਦੇ ਵਿੱਚ ਉਹਦੀ ਦੇਖ ਰੇਖ ਉਹਦੀ ਵਿਵਸਥਾ ਕਰਨਾ ਵੀ ਚੋਣ ਆਯੋਗ ਦਾ ਕੰਮ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਸਿਰਫ ਇੱਕ ਚੋਣ ਆਯੋਗ ਹੈ, ਮਤਲਬ ਸਟੇਟ ਇਲੈਕਸ਼ਨ ਕਮਿਸ਼ਨ ਨਹੀਂ ਹੈ। ਸਟੇਟ ਇਲੈਕਸ਼ਨ ਕਮਿਸ਼ਨਰ ਜ਼ਰੂਰ ਬਣਾਏ ਗਏ ਹੈ ਪਰ ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਨਹੀਂ ਹੈਗਾ ਜਿਹੜਾ ਕਿ ਇੰਡੀਪੈਂਡੈਂਟ ਹੀ ਇਸ ਕੰਮ ਨੂੰ ਦੇਖੇਗਾ। ਉੱਤੇ ਜਿਹੜੀਆਂ ਸਾਰੀਆਂ ਡਾਇਰੈਕਸ਼ਨਸ ਹੈਗੀਆਂ ਉੱਪਰੋਂ ਜਿਹੜੇ ਹੈ ਇਲੈਕਸ਼ਨ ਕਮਿਸ਼ਨ ਦੁਆਰਾ ਮਤਲਬ ਕਿ ਜਾਰੀ ਜਿਹੜੀਆਂ ਕੀਤੀਆਂ ਜਾਂਦੀਆਂ। ਅੱਛਾ, ਫਿਰ ਉਸ ਤੋਂ ਬਾਅਦ ਜਿਹੜਾ ਚੌਥਾ ਕੰਮ ਹੈ ਇਹ ਕਰਦੇ ਇਲੈਕਸ਼ਨ ਕਮਿਸ਼ਨ ਕੰਡਕਟਸ ਦੀ ਇਲੈਕਸ਼ਨ ਟੂ ਬੋਥ ਦੀ ਹਾਊਸਿਸ ਆਫ ਪਾਰਲੀਮੈਂਟ ਲੋਕ ਸਭਾ ਤੇ ਰਾਜ ਸਭਾ। ਲੋਕ ਸਭਾ ਤੇ ਰਾਜ ਸਭਾ ਦਾ ਇਲੈਕਸ਼ਨ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਦਾ। ਫਿਰ ਉਸ ਤੋਂ ਬਾਅਦ ਜਿਹੜਾ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ, ਉਪ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ, ਉਹ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਜਿਹੜਾ ਆਪਣੀ ਦੇਖ ਰੇਖ ਦੇ ਵਿੱਚ ਜਿਹੜਾ ਕਰਾਉਂਦਾ। ਇਹ ਕੁਝ 5 ਪ੍ਰਮੁੱਖ ਕਾਰਜ ਸੀਗੇ।
ਜਿਹੜੇ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਕਰਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਵਟ ਇਜ਼ ਦੀ ਟੈਨਿਓਰ ਆਫ ਇਲੈਕਸ਼ਨ ਕਮਿਸ਼ਨਰ। ਇਲੈਕਸ਼ਨ ਕਮਿਸ਼ਨਰ ਦਾ ਜਿਹੜਾ ਕਾਰਜਕਾਲ ਹੈ ਉਹ 6 ਸਾਲ ਦਾ ਹੈ, ਜਾਂ ਕੁਛ ਅਗਰ ਉਹਦੀ ਏਜ ਜਿਹੜੀ ਹੈ ਏਜ ਵੀ ਲਿਮਿਟ ਕੀਤੀ ਗਈ ਹੈ 65 ਸਾਲ ਤੱਕ, ਜਾਂ ਤਾਂ ਉਹ ਪਹਿਲੇ 6 ਸਾਲ ਅਗਰ ਉਹ ਪੂਰੇ ਕਰ ਲੈਂਦਾ ਤਾਂ ਉਹਨੂੰ ਉਸ ਦੇ ਅਹੁਦੇ ਤੋਂ ਜਿਹੜਾ ਹੈ ਮਤਲਬ ਕਿ ਕਹਿ ਲਓ ਉਹਨੂੰ ਰਿਟਾਇਰ ਕਰ ਦਿੱਤਾ ਜਾਂਦਾ ਹੈ। ਅਗਰ ਉਹ 65 ਸਾਲ ਦੀ ਉਮਰ ਪਹਿਲੇ ਪਾਰ ਕਰ ਲਵੇ ਤਾਂ ਉਹਨੂੰ ਤਾਂ ਵੀ ਰਿਟਾਇਰ ਕਰ ਦਿੱਤਾ ਜਾਂਦਾ ਹੈ। ਫਿਰ ਇਹਦੇ ਵਿੱਚ ਜਿਹੜਾ ਹੈਗਾ ਹੈ ਕੁਐਸਚਨ ਹੋਰ ਆਉਂਦਾ ਹੈਗਾ write down the arrangements made to make the election commission independent। ਹੁਣ ਇਲੈਕਸ਼ਨ ਕਮਿਸ਼ਨ ਨੂੰ ਸੁਤੰਤਰ ਰੱਖਣ ਵਾਸਤੇ ਸੰਵਿਧਾਨ ਦੇ ਵਿੱਚ ਕਿਹੜੀਆਂ ਵਿਵਸਥਾਵਾਂ ਕੀਤੀਆਂ ਗਈਆਂ ਇਹ next question ਆਉਂਦਾ ਹੈ। The election commission is a constitutional body and no change can be made without amending the constitution। ਸੋ ਜੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਕੋਈ ਵੀ ਬਦਲਾਅ ਕਰਨਾ ਹੈ ਜਾਂ ਮਤਲਬ ਉਹਦੇ ਜਿਹੜੇ ਆਪਣੇ ਕੰਮ ਕਰਨ ਵਾਲੇ ਉਹਨਾਂ ਦੀ ਸੰਖਿਆ ਵਧਾਉਣੀ ਹੈ ਜਾਂ ਘਟਾਉਣੀ ਉਹ ਫਿਰ ਆਪਣੇ ਸੰਵਿਧਾਨ ਦੇ ਵਿੱਚ ਉਹ ਕਰਨੀ। ਦੂਸਰੀ ਗੱਲ, the chief election commissioner cannot be removed from the office by the president unless a resolution to this effect is passed by both the houses of parliament with 2/3 majority to be present and a voting member that is not less than absolute majority of voting members। ਜੇ ਭਾਰਤ ਦੇ ਚੋਣ ਕਮਿਸ਼ਨਰ ਨੂੰ ਹਟਾਉਣਾ ਹੈ ਤਾਂ ਚੋਣ ਕਮਿਸ਼ਨਰ ਨੂੰ ਹਟਾਉਣ ਵਾਸਤੇ ਦੋਨੋਂ ਸਦਨਾਂ ਦੇ ਵਿੱਚ 2/3 ਬਹੁਮਤ ਨਾਲ ਪ੍ਰਸਤਾਵ ਪਾਸ ਹੋਣਾ ਚਾਹੀਦਾ ਹੈ। 2/3 ਬਹੁਮਤ ਦਾ ਮਤਲਬ ਇਹ ਹੈ ਉਸ ਦੇ ਜਿੰਨੇ ਸਦੱਸਿਆ ਸੰਸਦ ਦੇ ਵਿੱਚ ਬੈਠੇ ਹੈ ਉਹਨਾਂ ਦਾ ਜਿਹੜਾ 2/3 ਹੈ ਉਹਦੇ ਅਨੁਸਾਰ ਜਿਹੜੀ ਹੈ ਇਹ ਵਿਵਸਥਾ ਜਿਹੜੀ ਹੈ ਹੋਣੀ ਚਾਹੀਦੀ। ठीक है जी। या फिर वोटिंग मेंबर दिस इज नॉट लेस देन एब्सोल्यूट मेजॉरिटी। एब्सोल्यूट मेजॉरिटी कितनी है 50+1, मतलब कि लोकसभा के टोटल सदस्य की संख्या 543 है, ਉਹਦਾ ਜਿਹੜਾ 2/3 ਬਣਦਾ ਜਾਂ ਉਹਨੂੰ ਜਿਹੜਾ 2/3 ਕਿਹਾ ਜਾਂਦਾ ਹੈ। ਐਬਸੋਲੂਟ ਮੈਜੋਰਿਟੀ ਕੀ ਹੈ मतलब 50+1 271 प्लस 1 272 मेंबर चाहिए। ठीक है जी। फिर लास्ट पॉइंट है कंडीशन ऑफ सर्विसेज ऑफ चीफ इलेक्शन कमिश्नर कैन नॉट बी चेंज टू दिस एडवांटेज आफ्टर हिज अपॉइंटमेंट। मतलब एक बारी अगर किसी व्यक्ति की नियुक्ति इलेक्शन कमिश्नर के तौर पर हो गई है तो ਜਿਹੜੀਆਂ ਸ਼ਰਤਾਂ ਉਸ ਨੂੰ ਇਲੈਕਸ਼ਨ ਕਮਿਸ਼ਨਰ ਬਣਨ ਦੀ ਜ਼ਰੂਰੀ ਹੈ ਉਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾਵੇ ਜਾਂ ਉਹਨੂੰ ਹਟਾਉਣ ਵਾਸਤੇ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੀਆਂ ਸ਼ਰਤਾਂ ਨਵੀਆਂ ਸ਼ਰਤਾਂ ਨਹੀਂ ਕੱਢਣੀਆਂ। ਜੇ ਨਵੀਆਂ ਸ਼ਰਤਾਂ ਵੀ ਕੱਢਣੀਆਂ ਉਹਦੇ ਲਈ ਵੀ ਤੁਹਾਨੂੰ ਜਿਹੜਾ ਹੈ ਸੰਸਦ ਤੋਂ ਮਨਜ਼ੂਰੀ ਲੈਣੀ ਪਏਗੀ 2/3 ਨਾਲ ਜਾਂ ਸੰਵਿਧਾਨਿਕ ਜਿਹੜੀ ਹੈ ਸੋਧ ਕਰਨੀ ਪਏਗੀ ਤਾਂ ਹੀ ਜਿਹੜਾ ਹੈ ਬਦਲਾਅ ਜਿਹੜਾ ਹੈ ਹੋ ਸਕਦਾ। ਅੱਛਾ, ਫਿਰ ਰਾਈਟ ਡਾਊਨ ਦ 4 ਇਫੈਕਟਸ ਆਫ ਇੰਡੀਅਨ ਇਲੈਕਟੋਰਲ। ਹੁਣ ਭਾਰਤ ਦੀ ਜਿਹੜੀ ਚੋਣ ਪ੍ਰਣਾਲੀ ਹੈ ਜਾਂ ਜਿਹੜਾ ਇਲੈਕਟੋਰਲ ਸਿਸਟਮ ਹੈ ਉਹਦੇ 4 ਪ੍ਰਮੁੱਖ ਜਿਹੜੇ ਹੈ ਆਪਣੇ ਦੱਸੋ ਕਮੀਆਂ ਦੱਸੋ। ਇੱਕ ਪਹਿਲਾ ਹੈ ਵਾਈਡ ਗੈਪ ਬਿਟਵੀਨ ਵੋਟਸ ਪੋਲਡ ਐਂਡ ਸੀਟ। ਹੁਣ ਸਾਡੇ ਦੇਸ਼ ਦੇ ਵਿੱਚ ਕੀ ਪ੍ਰੋਬਲਮ ਹੈਗੀ ਹੈ ਸ਼ੁਰੂ ਤੋਂ ਕਿ ਮੰਨ ਲਓ ਕਿਸੇ ਪਾਰਟੀ ਨੂੰ 40% ਵੋਟਾਂ ਮਿਲਦੀਆਂ, ਜ਼ਰੂਰੀ ਨਹੀਂ ਹੈ ਉਹਨੂੰ ਸੀਟਾਂ ਵੀ 40% ਮਿਲਦੀਆਂ ਕਿਉਂਕਿ ਜਿੰਨੀਆਂ ਵੋਟਾਂ ਪਈਆਂ ਹੈ ਔਰ ਜਿੰਨੀਆਂ ਸੀਟਾਂ ਮਿਲਦੀਆਂ ਉਹਦੇ ਵਿੱਚ ਜਿਹੜਾ ਹੈ ਅੰਤਰ ਹੁੰਦਾ। ਹੁਣ ਤੁਸੀਂ ਬੰਗਾਲ ਦੇ ਇਲੈਕਸ਼ਨ ਦੇਖ ਲਓ, ਹੁਣੀ ਪਿੱਛੇ ਦੇ ਬੰਗਾਲ ਦੇ ਇਲੈਕਸ਼ਨ ਹੋਏ ਸੀ ਉਹਨਾਂ ਦੇ ਰਿਜ਼ਲਟ ਆਏ ਸੀ 2 ਮਈ 2021। ਉਹਦੇ ਵਿੱਚ ਜਿਹੜੀ ਪਾਰਟੀ ਜਿੱਤੀ ਹੈ ਉੱਥੇ ਉਹਨੂੰ ਤਕਰੀਬਨ 39 to 40% ਵੋਟ ਸੀ। ਪਰ ਜੇ ਅਸੀਂ ਗੱਲ ਕਰੀਏ ਸੀਟਾਂ ਦੀ, ਉਹ ਸੀਟਾਂ ਜਿਹੜੀਆਂ 2/3 ਤੋਂ ਵੀ ਜ਼ਿਆਦਾ ਸੀ। ਮਮਤਾ ਬੈਨਰਜੀ ਦੀ ਜਿਹੜੀ ਤ੍ਰਿਣਮੂਲ ਕਾਂਗਰਸ ਸੀਗੀ ਉਹ 2/3 ਤੋਂ ਵੀ ਜ਼ਿਆਦਾ ਜਿਹੜੀਆਂ ਸੀਟਾਂ ਜਿਹੜੀਆਂ।
ਸੋ ਇਹ ਇੱਕ ਬਹੁਤ ਵੱਡਾ ਡਿਫੈਕਟ ਹੈ ਜਿਹਨੂੰ ਦੂਰ ਕਰਨ ਦੀ ਜ਼ਰੂਰਤ ਹੈ। ਇਹ ਇਸ ਅਗਰ ਡਿਫੈਕਟ ਨੂੰ ਦੂਰ ਕਰਨਾ ਹੈ ਤਾਂ ਉਹਦੇ ਲਈ ਪਾਰਟੀਆਂ ਨੇ ਇੱਕ ਵਾਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਸੁਲਝਾਇਆ, ਮਤਲਬ ਸੁਝਾਇਆ ਸੀਗਾ। ਉਹਨਾਂ ਨੇ ਦੱਸਿਆ ਸੀਗਾ, ਉਹਨਾਂ ਨੂੰ ਸੁਜੈਸ਼ਨ ਦਿੱਤੀ ਸੀ ਕਿ ਸਾਨੂੰ ਜਿਹੜਾ ਅਨੁਪਾਤਿਕ ਜਿਹੜੀ ਚੋਣ ਪ੍ਰਣਾਲੀ ਹੈ ਉਹਨੂੰ ਬਣਾਉਣਾ ਚਾਹੀਦਾ, ਜਿਹਦੇ ਵਿੱਚ ਜਿੰਨੀਆਂ ਵੋਟਾਂ ਪਈਆਂ, ਜਿੰਨੀਆਂ ਸੀਟਾਂ ਮਿਲਦੀਆਂ ਉਹਦੇ ਵਿੱਚ ਅੰਤਰ ਹੋਣੀ। ਠੀਕ ਹੈ, ਮੰਨ ਲਓ ਕਿਸੇ ਪਾਰਟੀ ਨੂੰ 40% ਸੀਟਾਂ ਮਿਲੀਆਂ, ਮੰਨ ਲਓ 543 ਸੀਟਾਂ ਹੈਗੀਆਂ ਟੋਟਲ ਲੋਕ ਸਭਾ ਦੇ ਵਿੱਚ, ਉਹਦਾ 40%, ਮਤਲਬ ਉਹਨੂੰ ਬਹੁਮਤ ਵੀ ਨਹੀਂ ਮਿਲੇਗਾ। ਬਹੁਮਤ ਹੁੰਦਾ 51%। ਸੋ ਬਹੁਮਤ ਉਸ ਪਾਰਟੀ ਨੂੰ ਮਿਲੂਗਾ ਜਿਹਨੂੰ 51% ਸੀਟਾਂ ਮਿਲੀਆਂ। ठीक है, 272 ਤੋਂ ਜ਼ਿਆਦਾ ਜਿਹੜੀਆਂ ਸੀਟਾਂ ਮਿਲੀਆਂ। ਅਗਰ ਹੁਣ ਪਿਛਲੇ ਲੋਕ ਸਭਾ ਇਲੈਕਸ਼ਨ ਦੀ ਗੱਲ ਕਰੀਏ, ਪਿਛਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਹੜੀ ਬੀਜੇਪੀ ਸੀਗੀ ਉਹਨੂੰ ਤੁਸੀਂ ਕਹਿ ਲਓ 38% ਦੇ ਕਰੀਬ ਵੋਟਾਂ ਪਈਆਂ। ਉਸ ਤੋਂ ਪਹਿਲਾਂ 30% ਪਈਆਂ ਸੀ। 30% ਦੇ ਹਿਸਾਬ ਨਾਲ 282 ਸੀਟਾਂ ਮਿਲੀਆਂ, ਉਹ ਵੀ ਭਾਰੀ ਜਿਹੜਾ ਹੈ ਅੰਤਰ ਸੀਗਾ। ਮਤਲਬ ਕਿ ਉਹਦੇ ਹਿਸਾਬ ਨਾਲ ਉਹਨਾਂ ਨੂੰ 160 ਜਾਂ 170 ਸੀਟਾਂ ਮਿਲਣੀਆਂ ਚਾਹੀਦੀਆਂ ਸੀ। ਠੀਕ ਹੈ, ਜਦਕਿ ਉਹਨਾਂ ਨੂੰ ਸੀਟਾਂ ਮਿਲੀਆਂ 282 2014। ਫਿਰ ਜੇ ਅਸੀਂ 2019 ਦੇ ਇਲੈਕਸ਼ਨ ਦੀ ਗੱਲ ਕਰੀਏ तो 2019 ਦੇ ਵਿੱਚ ਜਿਹੜਾ ਸੀਗਾ ਉਹਨਾਂ ਨੂੰ ਕਿੰਨੀਆਂ ਮਿਲੀਆਂ ਸੀਟਾਂ 303, 38% ਮਿਲੀਆਂ। ਤੇ ਅਗਰ ਅਸੀਂ 40% ਕੱਢੀਏ 500, ਲਗਭਗ 200 ਸੀਟਾਂ ਉਹਨਾਂ ਨੂੰ ਮਿਲੀਆਂ ਚਾਹੀਦੀਆਂ, ਪਰ ਉਹਨਾਂ ਨੂੰ 303 ਸੀਟਾਂ ਮਿਲੀਆਂ। ਸੋ ਇਹ ਇੱਕ ਜਿਹੜੀ ਹੈ ਬਹੁਤ ਵੱਡਾ ਲਿਖਣਾ ਹੈ ਸਾਡੇ ਇਲੈਕਟੋਰਲ ਸਿਸਟਮ ਦੇ ਵਿੱਚ। ਤੇ ਦੂਸਰਾ ਇਨਕੰਪਲੀਟ ਐਂਡ ਡਿਫੈਕਟਿਵ ਵੋਟਰ ਲਿਸਟ। तो जे मैं इस पॉइंट की गल करा इनइफेक्टिव एंड इनकंप्लीट एंड इफेक्टिव वोटर लिस्ट, तो ये उत्ते इलैक्शन कमीशन ने जोड़ा काफ़ी काम किया है। ये वास्ते कि कोई वोटर ना रह जाए, मतलब जी वोट ना बने, उन्होंने कॉलेज और स्कूल के स्पैशल जोड़ा प्रोग्राम चलाया हुआ है। जो भी किसी स्टेट के या लोक सभा के इलैक्शन होंगे या विधान सभावां के इलैक्शन होंगे तो वो की करते हैं लोग, वो स्कूलों कॉलेज के नोडल अफसर बनाए जाते हैं, 2 कैंपस एम्बेसडर बनाए जाते हैं, जोड़े कि मतलब इस गल सुनिश्चित करते हैं कि हर व्यक्ति जोड़ा पोलिंग बूथ पर जाए और अपनी वोट कास्ट करे। दूसरी गल ये इंपॉर्टेंट हैगी है कि हर व्यक्ति जोड़ा है मतलब उसकी वोट बने, वोटर लिस्ट जी है टाइम टू टाइम जी। सो ये जो लकूना सीगा साडे इलैक्टोरल सिस्टम दे विच, इहदे उत्ते जिहड़ा है काफ़ी काम होया है। और इहदे मतलब कि हुण जिहड़ा है जिहड़ी डिफेक्शन है या डिफेक्टिव वोटर लिस्ट की जिहड़ी प्रॉब्लम है उहनूं असीं काफ़ी हद तक जिहड़ा है सुलझाउण दे विच जिहड़ा है कामयाब। अच्छा, उस तो बाद एबसेंटी वोटर्स। ठीक है जी, जोड़े लोग वोट नहीं पाते या जोड़े लोग पोलिंग बूथ तक वोट नहीं पान जाते उन्होंने आप एबसेंटी वोटर कहने हैं, गैर हाजिर वोटर कहने। सो ये एक बहुत वड्डी जी है समस्या है। अगर असी पिछले 2 लोक सभा के इलैक्शन देखिए तो पिछले जो 2 लोक सभा के इलैक्शन है वो जी है 2009 के जो लोक सभा के इलैक्शन देखिए वो मुकाबले वोटिंग ज़्यादा हो। कुछ स्टेट के 80 तो 85% हुई, कुछ स्टेट के 70% हुई। इन एवरेज अगर गल करिए पूरे भारत की तो 70% के करीब जी वोटिंग रही दोनों इलैक्शन के, और 2014 भी तो 2019 भी। सो एबसेंटी वोटर की अगर गल करिए तो ये समस्या हजे खड़ी है, और ये उत्ते भी काफ़ी काम जो है इलैक्शन कमीशन द्वारा जो है किया जा रहा है। अच्छा, फिर जो लास्ट गल करिए मिसयूज ऑफ एडमिनिस्ट्रेटिव मशीनरी। मतलब मिसयूज ऑफ एडमिनिस्ट्रेटिव मशीनरी की होंगी है, जी पार्टी सत्ता के होंगी है वो उत्ते हमेशा ये आरोप लगता है कि वो सरकारी जो तंत्र है वह इस्तेमाल कर रही है अपने फायदे वास्ते, इलैक्शन जितने वास्ते। सो इस समस्या को भी हल करने की जरूरत हैगी है। और ये एक जोड़ा इंदिरा गांधी की जो सरकार सी 80 तो 84 के पीरियड के उन्होंने 1982 के सरकारी कमीशन जो गठन
ਉਹਨੇ ਇੱਕ ਜਿਹੜੀ ਹੈ ਸੁਜੈਸ਼ਨ ਦਿੱਤੀ ਸੀ ਕਿ ਜਿਹੜਾ ਇਲੈਕਸ਼ਨ ਹੈ ਕਿਸੇ ਵੀ ਇੱਕ ਸਟੇਟ 'ਚ ਹੁੰਦਾ ਜਾਂ ਅਗਰ ਸਟੇਟ ਇਲੈਕਸ਼ਨ ਹੈਗੇ ਆ ਉਹਦੇ ਵਿੱਚ ਇਲੈਕਸ਼ਨ ਜਿਹੜੇ ਆ ਅੰਡਰ ਪ੍ਰੈਜ਼ੀਡੈਂਟ ਰੂਲ ਕਰਾਏ ਅੰਡਰ ਜਿਹੜਾ ਹੈ ਉਹ ਗਵਰਨਮੈਂਟ ਜਿਹੜੀ ਹੈ ਇਨ ਪਾਵਰ ਹੈਗੀ ਹੈ ਦੀ ਪਾਰਟੀ ਉਹਨੂੰ ਜਿਹੜਾ ਰੈਗੂਲੇਸ਼ਨ ਪਹਿਲਾਂ ਹੀ ਦੇ ਦੇਣਾ ਚਾਹੀਦਾ ਹੈ। ਠੀਕ ਹੈ ਕਿਉਂਕਿ ਜਦੋਂ ਸਰਕਾਰ ਬਣਦੀ ਹੈ ਭਾਵੇਂ ਉਹੀ ਪਾਰਟੀ ਦੁਬਾਰਾ ਇਲੈਕਟ ਹੋ ਕੇ ਆਉਂਦੀ ਹੈ ਤਾਂ ਹਰ ਵਾਰੀ ਨਵੀਂ ਸੋਚ ਜਿੱਦਾਂ ਅਗਰ ਅਸੀਂ ਲੋਕ ਸਭਾ ਇਲੈਕਸ਼ਨਾਂ ਦੀ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਮੋਦੀ ਨੇ 2 ਵਾਰੀ ਸੌਂ ਦਿੱਤੀ। ਇਸੇ ਤਰ੍ਹਾਂ ਅਗਰ ਮਮਤਾ ਬੈਨਰਜੀ ਦੀ ਗੱਲ ਕਰੀਏ ਉਹਨੇ ਤੀਸਰੀ ਵਾਰੀ ਬੰਗਾਲ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸੌਂ ਦਿੱਤੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਮਿਸਯੂਜ਼ ਨੂੰ ਜੋ ਹੈ ਦੌਰਾਨ ਕੀਤਾ ਜਾ ਸਕਦਾ ਔਰ ਇਹ ਇੱਕ ਬਹੁਤ ਦੇਰ ਤੋਂ ਪੈਂਡਿੰਗ ਜਿਹੜੀ ਇਲੈਕਟਰਲ ਰਿਫਾਰਮ ਦੀ ਡਿਮਾਂਡ ਹੈ ਇਹਨੂੰ ਜਿਹੜਾ ਠੀਕ ਹੈ। ਐਕਸਪਲੇਨ ਦਾ ਮੀਨਿੰਗ ਆਫ ਵੋਟਿੰਗ ਹੁਣ ਆਪਣੇ ਮਤਦਾਨ ਵਿਭਾਗ ਕੀ ਹੁੰਦਾ ਹੈ। मतदान विभाग ਇਹੋ ਜਿਹੀ ਪ੍ਰਕਿਰਿਆ ਹੈ ਜਦੋਂ ਵੋਟਰ ਵੋਟ ਪਾਉਣ ਲਈ ਜਾਂਦਾ ਹੈ ਉਹ ਜਿਹੜੇ ਜਿਨ੍ਹਾਂ ਆਧਾਰ ਤੇ ਆਪਣੀ ਵੋਟ ਕਾਸਟ ਕਰਦਾ ਹੈ ਉਹਨੂੰ ਅਸੀਂ ਮਤਦਾਨ ਵਿਭਾਗ ਕਹਿੰਦੇ ਹਾਂ। ਫਿਰ ਡਿਸਕ੍ਰਾਈਬ ਐਨੀ 4 ਡਿਟਰਮੀਨੈਂਟਸ ਆਫ ਵੋਟਿੰਗ ਪੀਰੀਅਡ ਨਿਰਧਾਰਕ ਤੱਤ ਦੱਸੋ ਜੀ 4 ਵੋਟਿੰਗ ਪੀਰੀਅਡ ਇਹਦੇ ਤੇ ਧਰਮ ਦੇ ਆਧਾਰ ਤੇ ਲੋਕ ਜਿਹੜਾ ਵੋਟ ਕਰਦੇ ਆ। ਫਿਰ ਤੁਸੀਂ ਗੱਲ ਕਰ ਲਓ ਜਿਹੜਾ ਚਮਤਕਾਰੀ ਅਗਵਾਈ ਹੁੰਦੀ ਉਹਦੇ ਆਧਾਰ ਤੇ ਵੋਟਿੰਗ ਕਰਦੇ ਆ। ਫਿਰ ਖੇਤਰੀ ਜਿਹੜੀਆਂ ਸਮੱਸਿਆਵਾਂ ਖੇਤਰੀ ਕੰਸੈਂਟਰੇਸ਼ਨ ਹੈ ਉਹਨੂੰ ਲੈ ਕੇ ਵੋਟਿੰਗ ਕਰਦੇ ਆ। ਫਿਰ ਜਾਤ ਦੇ ਆਧਾਰ ਤੇ ਵੀ ਜਿਹੜੀ ਵੋਟਿੰਗ ਜਿਹੜੀ ਆ ਉਹ ਹੁੰਦੀ। ਸੋ ਇਹ ਕੁਝ 4 ਪ੍ਰਮੁੱਖ ਜਿਹੜੇ ਕਾਰਨ ਸੀਗੇ ਜਿਨ੍ਹਾਂ ਦੇ ਆਧਾਰ ਉੱਤੇ ਜਿਹੜਾ ਵੋਟਿੰਗ ਹੁੰਦੀ। ਠੀਕ ਹੈ ਜੀ। ਉਸ ਤੋਂ ਬਾਅਦ ਜੇ ਅੱਗੇ ਅਸੀਂ ਗੱਲ ਕਰੀਏ अगला है एक्सप्लेन द मीनिंग ऑफ पॉलिटिकल पार्टिसिपेशन राजनीतिक भागीदारिता या राजनीतिक भागीदारी ਅਸੀਂ ਕਿਹਨੂੰ ਕਹਿੰਦੇ। ਠੀਕ ਹੈ ਜੀ। ਪੋਲੀਟੀਕਲ ਪਾਰਟਿਸਿਪੇਸ਼ਨ ਹੁੰਦੀ ਹੈ ਜਦੋਂ ਕੋਈ ਨਾਗਰਿਕ ਆਪਣੇ ਜਿਹੜੇ ਰਾਜਨੀਤਿਕ ਅਧਿਕਾਰ ਹੈ ਉਹਨਾਂ ਦੀ ਵਰਤੋਂ ਜਾਂ ਉਹ ਜਦੋਂ ਅਨੁਮੋਦਨ ਦੀ ਸਿੰਪਲ ਕਾਰਨ ਜਦੋਂ ਜਿਹੜੇ ਹੈ ਨਾਗਰਿਕ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਦੇ ਵਿੱਚ ਜਾਂ ਪੋਲੀਟੀਕਲ ਜਿਹੜਾ ਪ੍ਰੋਸੈਸ ਹੁੰਦਾ ਹੈ ਜਿਹੜੀ ਰਾਜਨੀਤਿਕ ਪ੍ਰਕਿਰਿਆ ਹੁੰਦੀ ਹੈ ਇਹਦੇ ਵਿੱਚ ਜਦੋਂ ਹਿੱਸਾ ਲੈਂਦਾ ਉਹਨੂੰ ਜਿਹੜਾ ਹੈ ਪੋਲੀਟੀਕਲ ਪਾਰਟਿਸਿਪੇਸ਼ਨ। ਠੀਕ ਹੈ ਜੀ। ਪੋਲੀਟੀਕਲ ਪਾਰਟਿਸਿਪੇਸ਼ਨ 'ਚ ਕਿਹੜੀਆਂ ਗਤੀਵਿਧੀਆਂ ਆਉਂਦੀਆਂ ਜਿਹੜਾ ਕੁਐਸਚਨ ਇਹ ਬਣਦਾ ਰਾਜਨੀਤਿਕ ਭਾਗੀਦਾਰੀ ਦੀਆਂ 4 ਗਤੀਵਿਧੀਆਂ ਦਾ ਵਰਣਨ ਇਹ ਜਿਹੜਾ ਅਗਲਾ ਕੁਐਸਚਨ ਬਣਦਾ ਇਹਦੇ ਵਿੱਚ ਕਿਹੜੀਆਂ ਆਉਂਦੀਆਂ to exercise franchise elections, to become the members of political parties, to express views on public matters, to participate in election campaigns, to participate in political assemblies, to give donation to political parties, to indulge into direct talks with the members of legislature, to establish contact with the public officials and policy makers to clarify their interests in the policy. So मतलब कि पहली गल ਤਾਂ ਜਿਹੜਾ ਹੈਗਾ ਜਦੋਂ ਲੋਕ ਆਪਣੇ ਮਤਦਾਨ ਦਾ ਇਸਤੇਮਾਲ ਕਰਦੇ ਵੋਟਿੰਗ ਕਰਦੇ ਆ ਠੀਕ ਹੈ ਉਹਦੇ ਨਾਲ ਰਾਜਨੀਤਿਕ ਭਾਗੀਦਾਰੀ ਹੁੰਦੀ ਹੈ। ਦੂਸਰੀ ਗੱਲ ਜਦੋਂ ਉਹ ਰਾਜਨੀਤਿਕ ਦਲਾਂ ਦੇ ਮੈਂਬਰ ਬਣਦੇ ਇਹਦੇ ਨਾਲ ਵੀ ਜਿਹੜਾ ਹੈ ਇੱਕ ਨਾਗਰਿਕ ਜਿਹੜਾ ਹੈ ਪੋਲੀਟੀਕਲ ਸਿਸਟਮ ਦੇ ਵਿੱਚ ਭਾਗੀਦਾਰੀ ਕਰਦਾ। ਫਿਰ ਜਦੋਂ ਉਹ ਆਪਣੇ ਵਿਚਾਰ ਪ੍ਰਗਟ ਕਰਦਾ ਹੈ ਵੱਖ ਵੱਖ ਵਿਸ਼ਿਆਂ ਉੱਤੇ ਰਾਜਨੀਤਿਕ ਵਿਸ਼ਿਆਂ ਉੱਤੇ ਜਾਂ ਦੂਸਰੇ ਵਿਸ਼ਿਆਂ ਉੱਤੇ ਇਹਦੇ ਨਾਲ ਵੀ ਜਿਹੜਾ ਹੈ ਵਿਅਕਤੀ ਰਾਜਨੀਤਿਕ ਭਾਗੀਦਾਰੀ ਕਰਦਾ। ਟੂ ਪਾਰਟੀਸਿਪੇਟ ਇਨ ਇਲੈਕਸ਼ਨ ਕੈਂਪੇਨ ਜਦੋਂ ਵਿਅਕਤੀ ਚੁਣਾਵ ਜਿਹੜੀ ਪ੍ਰਕਿਰਿਆ ਹੈ ਜਾਂ ਚੋਣ ਦੇ ਵਿੱਚ ਜਦੋਂ ਹਿੱਸਾ ਲੈਂਦਾ ਹੈ ਜਾਂ ਜਿਹੜਾ ਚੋਣ ਪ੍ਰਚਾਰ ਹੁੰਦਾ ਉਹਦੇ ਵਿੱਚ ਹਿੱਸਾ ਲੈਂਦਾ ਇਹਦੇ ਨਾਲ ਜਿਹੜੇ राजनीतिक भागीदारी to indulge into direct talks with the member of legislature. Okay. To establish contact with the high public officials and policy makers. ਜਦੋਂ ਵਿਅਕਤੀ ਜਿਹੜਾ ਹੈ
ਰਾਜਨੀਤਿਕ ਪ੍ਰਕਿਰਿਆ ਬਾਰੇ ਜਾਂ ਜਿਹੜੀਆਂ ਪਾਲਿਸੀਆਂ ਬਣਦੀਆਂ ਨੀਤੀ ਨਿਰਧਾਰਨ ਹੁੰਦਾ ਹੈ, ਉਹ ਨੀਤੀਆਂ ਉਹਨਾਂ ਦੇ ਇੰਟਰਸਟ ਦੇ ਅਨੁਸਾਰ ਬਣੀਆਂ ਹੈ ਜਾਂ ਨਹੀਂ ਬਣੀਆਂ, ਇਹਦੇ ਅਨੁਸਾਰ ਵੀ ਜਿਹੜਾ ਹੈ ਜਿਹੜੀ ਹੈ ਚਰਚਾ ਜਿਹੜੀ ਹੈ ਉਹ ਜਦੋਂ ਕਰਦਾ ਹੈ ਜਿਹੜੇ ਲੋਕ ਸੱਤਾ 'ਚ ਬੈਠੇ ਆ, ਇਹਨੂੰ ਵੀ ਅਸੀਂ ਰਾਜਨੀਤਿਕ ਭਾਗੀਦਾਰੀ ਹੈ। ਹਾਂਜੀ, ਅਗਲਾ ਕੁਐਸਚਨ ਹੈਗਾ, ਰਾਈਟ ਡਾਊਨ ਦੀ 4 social determinants of political participation। ठीक है जी, 4 समाजिक निर्धारक तक दसो कि राजनीतिक भागीदारी है। पहला है एजुकेशन, दूसरा है सामाजिक पद्धत, तीसरा है सैक्स ते चौथा है एज। ये आधार पर ही ये 4 निर्धारक तक है, ये आधार पर जो है सोशल डिटरमिनेंट्स जो हम कर रहे हैं, पहले आधार पर लोग जो है सोशली मतलब पार्टिसिपेट करें। राइट ऑन द 4 पोलिटिकल डिटरमिनेशन। पोलिटिकल डिटरमिनेट्स के विच मैं तुहानूं दस्सिया जिद्दां जो चोणां च हुंदा है सारे, फिर नेचर ऑफ पोलिटिकल सिस्टम, पोलिटिकल पार्टी, पोलिटिकल कैंपेन। सो ये सारे जिहड़े है पोलिटिकल डिटरमिनेंट्स। ठीक है जी, फिर राइट डाउन एनी 4 कॉजेज ऑफ लो लेवल ऑफ पोलिटिकल पार्टिसिपेशन इन इंडिया। मतलब भारत दे विच जिहड़ा मतदान ਦੀ प्रतिशत है वो क्यों घट जाती है या पोलिटिकल पार्टिसिपेशन क्यों घट जाती है, उसके 4 कारण। पहली गल अनपढ़ता, दूसरी गल गरीबी, तीसरी गल अनएम्प्लॉयमेंट बेरोजगारी, चौथी गल सोशल एंड पोलिटिकल बैकग्राउंड। ये 4 कारण करके जो लोग है वो पोलिटिकल सिस्टम के या पोलिटिकल प्रोसैस के शायद इसका नहीं। ठीक है जी, ये सीगा साडा इलैक्शन कमीशन वाला चैप्टर। ठीक है, अगला जो चैप्टर है वो जाट अते भारत की राजनीति के नाल संबंधित है। ये पहला जो क्वेश्चन बनता है कि जाट किहनूं कहते हैं। हुण जिहड़ा जाट शब्द है वो एक स्पैनिश वर्ड सीगा कास्टा उहदे विच है, विच मीन्स बर्थ, जिहदा मतलब हुंदा है जन्म या नस्ल। It means that people born in particular race have their own caste। ਇਹਦਾ ਸਿੰਪਲ ਅਰਥ ਹੁੰਦਾ ਹੈ ਕਿ ਜਿਹੜੇ ਜਦੋਂ ਲੋਕ ਇੱਕ ਡਿਫਰੈਂਟ ਨਸਲ ਦੇ ਪੈਦਾ ਹੁੰਦੇ ਉਹਨਾਂ ਦੀ ਜਿਹੜੀ ਜਾਤ ਹੈ ਉਹ ਵੀ ਅਲੱਗ ਹੁੰਦੀ। ਠੀਕ ਹੈ, ਇੱਥੇ ਇੱਕ ਪਰਿਭਾਸ਼ਾ ਦਿੱਤੀ ਹੈ ਇੱਕ ਵਿਚਾਰਕ ਦੀ, ਉਹਦਾ ਨਾਮ ਹੈ ਐਂਡਰਸਨ ਐਂਡ ਪਾਰਕਰ। ਉਹ ਕੀ ਕਹਿੰਦਾ, ਕਾਸਟ ਇਜ਼ ਐਨ ਐਕਸਟਰਨਲ ਫਾਰਮ ਆਫ ਸੋਸ਼ਲ ਕਲਾਸ ਆਰਗੇਨਾਈਜੇਸ਼ਨ in which the position of individual status hierarchy is determined by descent and birth। ਹੁਣ ਉੱਥੇ ਕੀ ਕਹਿ ਰਿਹਾ ਹੈ, ਐਂਡਰਸਨ ਅਤੇ ਪਾਰਕਰ ਜਿਹੜੇ ਹੈਗੇ ਆ ਉਹ ਇਹ ਕਹਿ ਰਹੇ ਹੈ ਕਿ ਕਾਸਟ ਇੱਕ ਤਰ੍ਹਾਂ ਦਾ ਜਿਹੜਾ ਅੰਦਰੂਨੀ ਸਮਾਜਿਕ ਵਰਗ ਸੰਸਥਾ ਹੈ ਜਿਸ ਦੇ ਆਧਾਰ ਉੱਤੇ ਵਿਅਕਤੀ ਦਾ ਸਮਾਜ ਵਿੱਚ ਸਮਾਜਿਕ ਪੱਧਰ ਹੈ, व्यक्ति का समाज के सामाजिक पद्धर तय होता है, इनू आखा है कास्ट। ठीक है जी, फिर जी भारत की राजनीति है वो उत्ते जो है कास्ट का की प्रभाव पिया, जात का की प्रभाव पिया। पहली गल कास्ट बेस्ड पार्टी भारत मतलब कि जात का राजनीति करना। ठीक है जी, फिर जो मंत्रिमंडल का गठन होता है वो हर जात को जो प्राथमिकता देने प्राथमिकता देने की गल जी वो कही। ठीक है जी, अच्छा, राइट ऑन द 4 इम्पैक्ट्स ऑफ पॉलिटिक्स ऑन कास्ट। पॉलिटिक्स ऑन कास्ट का की इम्पैक्ट है, ये पहली गल ਅਸੀਂ डिस्क्रिमिनेशन ਨੂੰ ਖਤਮ ਕੀਤਾ, ਭੇਦਭਾਵ ਨੂੰ ਖਤਮ ਕੀਤਾ ਅੰਡਰ ਆਰਟੀਕਲ 15 ऑफ द कॉन्स्टिट्यूशन। ठीक है जी, उस तो बाद ਅਸੀਂ ਜਿਹੜਾ ਹੈ ਛੂਆ-ਛਾਤ ਨੂੰ ਖਤਮ ਕੀਤਾ ਅੰਡਰ ਆਰਟੀਕਲ 7। ਫਿਰ यूनिवर्सल सफरेज ਦੀ ਗੱਲ ਕੀਤੀ ਅਸੀਂ। यूनिवर्सल सफरेज ਦਾ ਮਤਲਬ ਹੈ ਅਸੀਂ ਬਿਨਾਂ ਭੇਦਭਾਵ ਦੇ ਲੋਕਾਂ ਨੂੰ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ। ਫਿਰ
ਜਿਹੜੀਆਂ ਪਿਛੜੀਆਂ ਜਾਤੀਆਂ ਨੇ, ਜਿੱਦਾਂ ਸ਼ਡਿਊਲ ਕਾਸਟ ਹੈ, ਸ਼ਡਿਊਲ ਟ੍ਰਾਈਬਸ ਹੈ ਜਾਂ ਬੈਕਵਰਡ ਕਲਾਸਿਸ ਹੈ, ਉਹਨਾਂ ਨੂੰ ਰਾਖਵਾਂਕਰਨ ਦਿੱਤਾ ਤਾਂ ਕਿ ਉਹ ਸਮਾਜਿਕ ਉਹਨਾਂ ਦਾ ਸਮਾਜਿਕ ਪੱਧਰ ਦੇ ਵਿੱਚ ਜਿਹੜਾ ਹੈ ਜਿਹੜਾ ਹੈ ਰਹਿ ਸਕੇ। ਸੋ ਬੱਚਿਓ, ਮੈਂ ਅੱਜ ਦਾ ਲੈਕਚਰ ਆਪਣਾ ਇੱਥੇ ਹੀ ਜਿਹੜਾ ਹੈ ਸਮਾਪਤ ਕਰਦਾ ਹਾਂ। ਤੇ ਬਾਕੀ ਦੇ ਕੁਐਸਚਨ ਜਿਹੜੇ ਆ ਅਸੀਂ ਕੱਲ੍ਹ ਵਾਲੇ ਲੈਕਚਰ ਸਾਡਾ ਹੁਣ ਰੋਜ਼ ਅਸੀਂ ਇਹੀ ਕਰਾਂਗੇ। ਤੇ ਮੈਂ ਤੁਹਾਡਾ ਜਿਹੜਾ ਹਫ਼ਤੇ ਦੇ ਐਂਡ ਦੇ ਵਿੱਚ ਇੱਕ ਜਿਹੜਾ ਟੈਸਟ ਲਾਉਂਗਾ, ਤੇ ਉਹਦੇ ਵਾਸਤੇ ਜਿਹੜੀ ਤੁਸੀਂ ਆਪਣੀ ਤਿਆਰੀ ਹੈ ਉਹ ਸ਼ੁਰੂ ਕਰ ਦਿਓ। ਥੈਂਕ ਯੂ ਫॉर ਅਟੈਂਡਿੰਗ।